ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਚਰਨ ਸਰਨ ਚਲ ਜਾਏ ਸਿੱਖ, ਤਾ ਸਰਨ ਜਗਤ ਚਲ ਆਵਹੀ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਗੁਰ ਸਿੱਖ, ਆਗਿਆ ਤਾਹੇ ਸਗਲ ਸੰਸਾਰ ਹੈ ਤਾਵੇ। ਸਤਿਗੁਰ ਸੇਵਾ ਪਾਏ ਪੂਜ ਕਰੈ ਗੁਰ ਸਿੱਖ, ਸਰਬ ਨਿਧਾਨ ਅਗਰਲੇ ਬੁਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਕਿ ਸੀਖ ਸੁਨਤ ਪਰਮ ਪਦ ਪਾਵੇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਸਾਰਾ ਹੀ ਅਮੋਲਕ ਖਜ਼ਾਨਾ ਸਤਲੁਜ ਦਰਿਆ ਦੇ ਵਿੱਚ ਇੱਕ ਟੋਆ ਪਟਵਾਇਆ। ਸੰਗਤਾਂ ਨੂੰ ਹੁਕਮ ਕਰਕੇ ਜੋ ਵੀ ਸੋਨਾ ਹੈ, ਚਾਂਦੀ ਹੈ, ਹੀਰੇ ਜਵਾਹਰ ਆਦਿ ਮਹਿੰਗੇ ਮਹਿੰਗੇ ਸ਼ਾਸਤਰ, ਜਿਨ੍ਹਾਂ ਦੇ ਮੁੱਠਿਆਂ ਦੇ ਵਿੱਚ ਇਹੋ ਜਿਹੇ ਚਮਕਦੇ ਦਮਕਦੇ ਹੋਏ ਹੀਰੇ ਪੰਨੇ ਵੀ ਜੁੜਾਏ ਹੋਏ ਸੀ, ਉਹ ਕੱਲੀ ਕੱਲੀ ਚੀਜ਼ ਉਸ ਟੋਏ ਦੇ ਵਿੱਚ ਪਵਾ ਦਿੱਤੀ ਹੈ। ਉਸ ਸਮੇਂ ਇੱਕ ਪ੍ਰੇਮੀ ਨੇ ਦੇਖਿਆ ਵੀ ਆ ਜਿਹੜਾ ਚੱਲਾ ਬੜਾ ਸੋਹਣਾ ਮਜ਼ਬੂਤ ਬਣਿਆ ਹੋਇਆ, ਉਹਨੇ ਲਾ ਕਰਕੇ ਆਪਣੇ ਲੱਕ ਦੇ ਨਾਲ ਬੰਨ੍ਹ ਲਿਆ ਸੀ। ਜਦੋਂ ਦਸ਼ਮੇਸ਼ ਪਿਤਾ ਦੇ ਪਾਸ ਪਹੁੰਚਿਆ, ਦੇ ਕਰਕੇ ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਆਪਣੇ ਲੱਕ ਦੇ ਨਾਲ ਕੀ ਬੰਨਿਆ ਹੋਇਆ। ਸੁਣਨ ਅਨੁਸਾਰ ਇਹਦੇ ਤਾਂ ਸਾਰੇ ਹੱਥ ਪੈਰ ਹੀ ਕੰਬਣ ਲੱਗ ਪਏ ਸਨ। ਪਤਾ ਲੱਗ ਗਿਆ ਵੀ ਸਤਿਗੁਰੂ ਜੀ ਨੇ ਸਰਬੱਗਤਾ ਦੁਆਰਾ ਜੋ ਵੀ ਮੈਂ ਚਿੱਲਾ ਲੁਕਾਇਆ ਸੀ ਜਾਣ ਲਿਆ। ਕਹਿਣ ਲੱਗਿਆ ਇਹ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ, ਵੀ ਮੇਰੇ ਧਨਸ ਦਾ ਚਿੱਲਾ ਹੋ ਗਿਆ ਸੀ ਪੁਰਾਣਾ। ਮੈਂ ਵਿਚਾਰ ਕੀਤੀ ਵੀ ਜੇ ਕਿਤੇ ਮੈਂ ਦਨ ਜੰਗ ਦੇ ਵਿੱਚ ਮੈਨੂੰ ਲੋੜ ਪਏਗੀ, ਮੈਂ ਇਹ ਦੁਬਾਰਾ ਆਪਣੇ ਧਨਸ ਦੇ ਉੱਪਰ ਚਾੜ ਲੈਣਾ ਹੈ। ਮਹਾਰਾਜ ਕਹਿਣ ਲੱਗੇ ਗੁਰਸਿੱਖਾ, ਇਹ ਹੈ ਪੂਜਾ ਦਾ ਥਾਨ ਜ਼ਹਿਰ ਦੇ ਸਮਾਨ। ਇਹਦੇ ਨਾਲ ਤਾਂ ਗੁਰਸਿੱਖਾਂ ਦੇ ਮਨ ਦੇ ਅੰਦਰੋਂ ਜਿਹੜੀ ਵੀਰਤਾ ਬਹਾਦਰੀ ਦੂਰ ਹੋ ਜਾਣੀ ਹੈ। ਉਸੇ ਵਾਸਤੇ ਨੇ ਵੀ ਚੱਲਾ ਉਸ ਟੋਏ ਦੇ ਵਿੱਚ ਸੁੱਟ ਦਿੱਤਾ ਸੀ। ਇਹ ਸਾਰੀ ਵਾਰਤਾ ਪਹਾੜੀ ਰਾਜਿਆਂ ਦੇ ਦੂਤਾਂ ਨੇ ਵੀ ਦੇਖ ਲਈ, ਵੀ ਜਿਵੇਂ ਜਿਵੇਂ ਮਹਾਰਾਜ ਨੇ ਸਮਾਨ ਉਸ ਟੋਏ ਦੇ ਵਿੱਚ ਪਵਾਇਆ ਸੀ, ਸਾਰੀ ਖਬਰ ਲੈ ਕਰਕੇ ਨੇ ਪਹਾੜੀ ਰਾਜਿਆਂ ਦੇ ਪਾਸ ਭੇਜ ਦਿੱਤੀ ਵੀ ਬੜਾ ਮੋਲ ਖਜ਼ਾਨਾ ਗੁਰੂ ਜੀ ਨੇ ਆ ਸਤਲੁਜ ਦਰਿਆ ਦੇ ਵਿੱਚ ਦਬਾ ਦਿੱਤਾ। ਜਦੋਂ ਥੋੜ੍ਹਾ ਜਿਹਾ ਅੰਧੇਰਾ ਹੋਇਆ,
ਇਹ ਵੀ ਲਾਲਚ ਦੇ ਮਾਰੇ ਫੌਜਾਂ ਲੈ ਕਰਕੇ ਉੱਥੇ ਪਹੁੰਚੇ। ਆਨੰਦਪੁਰ ਦੇ ਨੇੜੇ ਆਪਣੇ ਜਿਹੜੇ ਜਵਾਨ ਸਿਪਾਹੀ ਖੜੇ ਕਰ ਦਿੱਤੇ ਵੀ ਜੇ ਖਾਲਸਾ ਚੜਾਈ ਕਰਕੇ ਆਓ, ਇਹਨਾਂ ਨੇ ਰਾਹ 'ਚ ਹੀ ਰੋਕ ਲੈਣਾ। ਤੇ ਆਪ ਉਸ ਟੋਏ ਨੂੰ ਪੱਟ ਕਰਕੇ ਬੜਾ ਜਿਹੜਾ ਕੀਮਤੀ ਸਮਾਨ ਲੱਭਣਾ ਚਾਹੁੰਦੇ ਸੀ। ਸਾਰੀ ਰਾਤ ਇਹਨਾਂ ਨੂੰ ਖਪਦਿਆਂ ਹੋਇਆ ਬਤੀਤ ਹੋ ਗਈ, ਪਰ ਉੱਥੋਂ ਇਹਨਾਂ ਨੂੰ ਇੱਕ ਫੁੱਟੀ ਹੋਈ ਕੌਡੀ ਜਿਵੇਂ ਕਹਿ ਦਈਏ ਕੋਈ ਵੀ ਸਮਾਨ ਪ੍ਰਾਪਤ ਨਾ ਹੋਇਆ। ਦੇ ਕਰਕੇ ਬੜੇ ਹੈਰਾਨ ਹੋ ਰਹੇ ਹਨ। ਉਹ ਕਹਿਣ ਲੱਗੇ ਮੇਰੇ ਸਾਹਮਣੇ ਦੀ ਗੱਲ ਹੈ, ਗੁਰੂ ਜੀ ਨੇ ਇੱਥੇ ਆਪਣਾ ਪਲੰਗਾ ਡਾਇਆ ਹੋਇਆ ਸੀ ਪਾਣੀ ਦੇ ਵਿੱਚ ਹੀ। ਜੋ ਸਮਾਨ ਦੀਆਂ ਪੋਟਲੀਆਂ ਐਸ ਥਾਂ 'ਤੇ ਟੋਏ ਦੇ ਵਿੱਚ ਸੁੱਟਵਾਈਆਂ ਹਨ। ਇਹਨਾਂ ਨੇ ਦਰਿਆ ਦਾ ਗਾਰਾ ਵੀ ਗਾ ਮਾਰਿਆ, ਡੂੰਘਾ ਪੱਟ ਵੱਢ ਕਰਕੇ ਵੀ ਦੇਖ ਲਿਆ, ਪਰ ਕੋਈ ਵੀ ਵਸਤੂ ਇਹਨਾਂ ਦੇ ਹੱਥ ਨਹੀਂ ਲੱਗੀ। ਦਿਨ ਚੜ੍ਹਦੇ ਨਾਲ ਸੋਚਿਆ ਵੀ ਸਾਡੀ ਬੜੀ ਬੇਇੱਜ਼ਤੀ ਹੋ ਜਾਣੀ ਹੈ ਜੇ ਕਿਸੇ ਨੂੰ ਪਤਾ ਲੱਗ ਗਿਆ। ਉਦਾਸ ਹੋ ਕਰਕੇ ਸਾਰੇ ਪਹਾੜੀ ਰਾਜੇ ਫੌਜਾਂ ਦੇ ਸਮੇਤ ਵਾਪਸ ਮੁੜ ਗਏ। ਜਦੋਂ ਗੁਰ ਸਿੱਖਾਂ ਨੇ ਉੱਥੇ ਘੋੜਿਆਂ ਦੀਆਂ ਔਰ ਸਿਪਾਹੀਆਂ ਦੀਆਂ ਤਾਜ਼ੀਆਂ ਪੈੜਾਂ ਦੇਖੀਆਂ, ਆ ਕਰਕੇ ਮਹਾਰਾਜ ਦੇ ਪਾਸ ਅਰਜ਼ ਕੀਤੀ, ਸੱਚੇ ਪਾਤਸ਼ਾਹ ਵੀ ਇਹ ਜਿਹੜੇ ਪਹਾੜੀ ਲੋਕ ਉਸ ਸਮਾਨ ਨੂੰ ਕੱਢਣ ਵਾਸਤੇ ਆਏ ਸੀ, ਸਰਬੱਗ ਅੰਤਰਜਾਮੀ ਗੁਰੂ ਜੀ ਕਹਿ ਲੱਗੇ ਵੀ ਇਹ ਸਮਾਨ ਤਾਂ ਅਸੀਂ ਸਤਲੁਜ ਦਰਿਆ ਦੇ ਪਾਸ ਅਮਾਨਤ ਰੱਖ ਦਿੱਤੀ ਹੈ, ਕੋਈ ਵੀ ਇਹਨੂੰ ਲੱਭ ਨਹੀਂ ਸਕੇਗਾ। ਜਦੋਂ ਮੇਰੇ ਖਾਲਸੇ ਦਾ ਤੇਜ ਪ੍ਰਤਾਪ ਵੱਧ ਗਿਆ, ਉਸ ਵਕਤ ਇਹ ਜਿਹੜੀ ਅਮਾਨਤ ਉਹਨਾਂ ਨੂੰ ਪ੍ਰਾਪਤ ਹੋ ਜਾਣੀ ਹੈ। ਸੰਗਤਾਂ ਦੀ ਬੜੀ ਭੀੜ ਜੁੜ ਚੁੱਕੀ ਸੀ ਅਨੰਦਪੁਰ ਦੇ ਵਿੱਚ। ਉਸ ਵਕਤ ਇੱਕ ਜਿਹੜਾ ਬਦੀਉਦੀਨ ਮਦਾਰੀ ਕਨੌਜ ਮਤ ਦਾ ਜਿਹੜਾ ਫਕੀਰ ਭੀੜ ਨੂੰ ਚੀਰਦਾ ਹੋਇਆ ਮਹਾਰਾਜ ਦੇ ਪਾਸ ਪਹੁੰਚਿਆ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਤਿਸ ਛਿਨ ਇੱਕ ਫਕੀਰ ਮੰਦਾਰੀ। ਇੱਕ ਜਿਹੜਾ ਮੰਦਾਰੀ ਨਾਮ ਦਾ ਫਕੀਰ, ਇਹ ਬਦੀਉਦੀਨ ਜੋ ਹੈ ਕਨੌਜ ਦੇ ਇਲਾਕੇ ਦੇ ਵਿੱਚ ਫਕੀਰ ਹੋਏ ਨੇ, ਉਹਨਾਂ ਦੇ ਮਤ ਦੇ ਵਿੱਚੋਂ ਸੀ। ਭੀੜ ਨੂੰ ਚੀਰਦਾ ਹੋਇਆ ਜਦੋਂ ਮਹਾਰਾਜ ਦੇ ਪਾਸ ਪਹੁੰਚਿਆ ਹੈ। ਆਇਓ ਬਲ ਤੇ ਭੀਰ ਮਝਾਰੀ। ਜਿੱਥੇ ਹੁਣ ਥਾਪੁਰ ਥਾਂ ਬੜੇ ਮਾਈ ਔਰ ਭਾਈ ਮਹਾਰਾਜ ਦਾ ਦਰਸ਼ਨ ਕਰਨ ਵਾਸਤੇ ਖੜੇ ਸਨ। ਬਿਸਦ ਬ੍ਰਿੰਦ ਲੈ ਫੂਲਨ ਮੰਜੁਲ। ਇਹ ਹੁਣ ਸਾਰਿਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਹੱਥ ਦੇ ਵਿੱਚ ਨੇ ਬੜੇ ਖੁਸ਼ਬੂਦਾਰ ਚਿੱਟੇ ਰੰਗ ਦੇ ਬਹੁਤ ਸਾਰੇ ਫੁੱਲ ਵੀ ਰੱਖੇ ਹੋਏ ਸਨ। ਭਰ ਕਰ ਦੋਨੋਂ ਕਰ ਕੋ ਅੰਜੁਲ। ਆਪਣੇ ਬੁੱਕ ਭਰ ਕਰਕੇ ਨੇ ਚਿੱਟੇ ਰੰਗ ਦੇ ਫੁੱਲ ਲਿਆਂਦੇ ਸੀ। ਪਹੁੰਚਿਓ ਸ਼੍ਰੀ ਸਤਿਗੁਰੂ ਹਜੂਰ। ਜਦੋਂ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਫਕੀਰ ਪਹੁੰਚ ਗਿਆ ਹੈ, ਚੱਲਹਿ ਸਵੇਦ ਜਿਹੇ ਕਾਇਆ ਭੂਰ। ਜਿਸ ਦੇ ਸਰੀਰ ਦੇ ਵਿੱਚੋਂ ਬੜਾ ਮੁੜਕਾ ਵੀ ਚੋਂ ਰਿਹਾ ਸੀ। ਨਗਨ ਅੰਗ ਤੇ ਦੌੜਤ ਆਇਓ। ਇਹਨੇ ਇੱਕ ਕਪੀਨ ਮਾਤਰ ਸਰੀਰ ਦੇ ਉੱਪਰ ਧਾਰਨ ਕੀਤੀ ਹੋਈ ਹੈ, ਬਾਕੀ ਸਾਰਾ ਸਰੀਰ ਦਿਗੰਬਰ ਸਾਹਮਣੇ ਦਿਸ ਰਿਹਾ ਹੈ।
ਵੱਡੀ ਭੀਰ ਚੀਰਤ ਨਿਕਸਾਇਓ। ਜਦੋਂ ਸੰਗਤਾਂ ਦੀ ਭੀੜ ਨੂੰ ਵਿੱਚੋਂ ਦੀ ਚੀਰਦਾ ਹੋਇਆ ਬਿਲਕੁਲ ਮਹਾਰਾਜ ਦੇ ਪਾਸ ਪਹੁੰਚ ਗਿਆ। ਫੂਲ ਗੁਲਾਬ ਚੰਬੇਲੀ ਕੇਰੇ। ਹੁਣ ਜਿਹੜੇ ਚੰਬੇਲੀ ਦੇ ਚਿੱਟੇ ਰੰਗ ਦੇ ਫੁੱਲ ਲਾਉਂਦੇ ਨੇ ਆਪਣੇ ਬੁੱਕ ਭਰ ਕੇ ਲਿਆਂਦੇ ਸੀ। ਧਰੀ ਭੇਟ ਸਤਿਗੁਰੂ ਅਗੇਰੇ। ਇਹ ਜਿਹੜੀ ਭੇਟਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਅਰਪਣ ਕਰ ਦਿੱਤੀ ਹੈ। ਬੰਧਨ ਕਰ ਜਬ ਠਾਂਡੋ ਹੋਇਓ। ਜਦੋਂ ਮਹਾਰਾਜ ਨੂੰ ਨਮਸਕਾਰ ਕਰਕੇ ਬੜੇ ਸੁਨਹਿਰੀ ਰੰਗ ਦੇ ਸਿੰਘਾਸਣ ਦੇ ਸਾਹਮਣੇ ਖੜਾ ਹੋ ਗਿਆ ਸੀ। ਸਵੇਦ ਸਨੇ ਕਲਗੀ ਧਰ ਜੋਇਓ। ਜਦੋਂ ਸਤਿਗੁਰੂ ਜੀ ਨੇ ਦੇਖਿਆ ਵੀ ਜੇਠ-ਹਾੜ ਦਾ ਮਹੀਨਾ ਹੈ, ਇਹਦੇ ਸਰੀਰ ਦੇ ਅੰਗਾਂ 'ਚੋਂ ਬਹੁਤ ਹੀ ਜਿਹੜਾ ਮੁੜਕਾ ਥੱਲੇ ਗਿਰ ਰਿਹਾ ਸੀ। ਸ਼੍ਰੀ ਮੁਖ ਤੇ ਬੋਲੇ ਅਵਲੋਕ। ਇਸ ਨੂੰ ਗਰਮੀ ਹੋਇਆ ਜਾਣ ਕੇ ਸਤਿਗੁਰੂ ਜੀ ਪੁੱਛਣ ਲੱਗੇ ਸਨ, ਸਾਈਂ ਵਾਲੇ ਸਾਹਿਬ ਲੋਕ। ਐ ਸਾਈਂ ਵਾਲਿਓ, ਤੁਸੀਂ ਤਾਂ ਪਹਿਲਾਂ ਹੀ ਸਾਹਿਬ ਦੇ ਲੋਕ ਦੇ ਵਿੱਚ ਵਸਣ ਵਾਲੇ ਹੋ। ਇਤੋ ਕਸ਼ਟ ਕਿਉ ਤਨ ਕੋ ਦੀਨੋ। ਆ ਜਿਹੜੇ ਚੰਬੇਲੀ ਦੇ ਚਿੱਟੇ ਰੰਗ ਦੇ ਫੁੱਲ ਲਿਆਂਦੇ, ਇਤਨਾ ਕਸ਼ਟ ਤੁਸੀਂ ਕਾਹਨੂੰ ਸਰੀਰ ਦੇ ਉੱਪਰ ਚੱਲਣਾ ਕੀਤਾ। ਲਿਆਵਨ ਫੂਲ ਜਤਨ ਬਹੁ ਕੀਨੋ। ਦੇਖੋ ਇਤਨਾ ਯਤਨ, ਇਤਨਾ ਪ੍ਰਸ਼ਾਰਤ ਤੁਹਾਨੂੰ ਫੁੱਲਾਂ ਨੂੰ ਲਿਆਉਣ ਵਾਸਤੇ ਕਰਨਾ ਪਿਆ ਹੈ। ਦਰਸ਼ਨ ਤੁਮ ਸਭ ਸੰਤਨ ਕੇਰਾ। ਸਾਧੂ ਮਹਾਤਮਾ ਦੇ ਤਾਂ ਇਹ ਦਰਸ਼ਨ ਹੀ ਇੱਕ ਭੇਟਾ ਰੂਪ ਹੋਇਆ ਕਰਦੇ ਹਨ। ਭੇਟ ਇਹ ਸੋ ਹਮਨੇ ਹੀਰਾ। ਜੋ ਤੁਹਾਡੇ ਦੀਦਾਰ ਹੋ ਗਏ ਤੇ ਇਹੀ ਫਿਰ ਰੱਬ ਦੇ ਫਕੀਰਾਂ ਦੀ ਮਹਾਂਪੁਰਖਾਂ ਦੀ ਭੇਟਾ ਹੋਇਆ ਕਰਦੀ ਹੈ। ਇੱਕ ਜਾਣਿਓ ਤਬ ਭੇਦ ਨਾ ਕੋਈ। ਜਦੋਂ ਤੁਸੀਂ ਇੱਕ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਅੰਦਰ ਜਾਣ ਲਿਆ, ਫਿਰ ਜਿਹੜੇ ਭੇਦ ਪਾਪ ਭਰਮ ਇਹ ਤਾਂ ਸਾਰੇ ਹੀ ਨਾਸ ਹੋ ਜਾਂਦੇ ਹਨ। ਦੁਬਦਾ ਜਿਸ ਉਰ ਮਨ ਹੈ ਦੋਈ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਦੁਬਦ ਹੈ, ਦਵੈਸ਼ ਹੈ, ਉਹ ਤਾਂ ਫਿਰ ਪਰਮਾਤਮਾ ਨੂੰ ਦੋ ਰੰਗ ਦੇ ਮੰਨਦੇ ਹਨ। ਹਿਰਦੇ ਆਨੰਦ ਫਕੀਰ ਮੰਦਾਰੀ। ਇਸ ਮੰਦਾਰੀ ਫਕੀਰ ਦੇ ਮਨ ਦੇ ਅੰਦਰ ਦਰਸ਼ਨ ਕਰਨ ਦੇ ਨਾਲ ਹੀ ਬੜਾ ਆਨੰਦ ਭਰ ਗਿਆ ਸੀ। ਹਿਤ ਉਤਰ ਕੇ ਚਤੁਰੋਚਾਰੀ। ਫਿਰ ਇਹਨੇ ਦਸ਼ਮੇਸ਼ ਪਿਤਾ ਨੂੰ ਜਥਾ ਜੋਗ ਆਪਣੇ ਵੱਲੋਂ ਇੱਕ ਬੇਨਤੀ ਦੇ ਰੂਪ ਦੇ ਵਿੱਚ ਉੱਤਰ ਦੇਣ ਲੱਗਿਆ ਸੀ। ਦਸ ਜੋ ਖਾਲੀ ਰੂਹ ਸੋ ਸਿਆਹ। ਸੱਚੇ ਪਾਤਸ਼ਾਹ ਵੀ ਜਿਹੜੇ ਜਗਿਆਸੂ, ਚਾਹੇ ਕੋਈ ਸਾਧੂ ਹੈ, ਫਕੀਰ ਹੈ, ਖਾਲੀ ਹੱਥ ਵੱਡਿਆਂ ਦੇ ਪਾਸ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਰੂਹ ਸੋ ਸਿਆਹ, ਉਹਨਾਂ ਦੀ ਜਿਹੜੀ ਰੂਹ ਹਮੇਸ਼ਾ ਵਾਸਤੇ ਕਾਲੇ ਰੰਗ ਦੀ ਹੋਇਆ ਕਰਦੀ ਹੈ। ਦਸ ਸੋ ਆਮਦ ਵੇ ਪਰਵਾਹ। ਤੇ ਜਿਹੜੇ ਆਪਣੇ ਹੱਥਾਂ ਦੇ ਵਿੱਚ ਜਥਾ ਜੋਗ, ਚਾਹੇ ਫੁੱਲ ਨੇ, ਚਾਹੇ ਦਾਤਣ ਹੈ, ਚਾਹੇ ਮਾਇਆ, ਜੋ ਵੀ ਪਦਾਰਥ ਲੈ ਕਰਕੇ ਆਉਂਦੇ ਹਨ, ਉਹ ਜਿਹੜੇ ਫਕੀਰ ਸਾਧੂ ਮਹਾਤਮਾ ਸਦਾ ਦੇ ਲਈ ਬੇਪਰਵਾਹ ਹੋਇਆ ਕਰਦੇ ਨੇ। ਆਵਾਜ਼ ਖਾਲੀ ਜਹਾਨ ਬੇ ਪੀਰ। ਬੇ ਪੀਰੀਆਂ ਦੀ ਆਵਾਜ਼ ਨੂੰ ਤਾਂ ਕੋਈ ਜਹਾਨ ਦੇ ਵਿੱਚ ਆਪਣੇ ਵੱਲੋਂ ਸਤਿਕਾਰ ਵੀ ਨਹੀਂ ਦਿੰਦਾ। ਉਹਨਾਂ ਦੇ ਜਿਹੜੇ ਵਚਨ ਬੜੇ ਫਿੱਕੇ ਹੋਇਆ ਕਰਦੇ ਹਨ। ਬਦਨ ਸੁਨ ਕਾਫਰ ਬੇਵਜ਼ੀਰ। ਇਹੋ ਜਿਹੇ ਬੇਮਦਦਗਾਰ ਬੇ ਪੀਰੀਆਂ ਦੇ ਜਿਹੜੇ ਮੁਕੋ ਵੀ ਬੜੇ ਸੁਣ ਦੇ ਸਮਾਨ ਹੋਇਆ ਕਰਦੇ ਹਨ। ਫਰੀਦਾ ਤਿੰਨਾ ਮੁਖ ਡਰਾਵਣੇ, ਜਿੰਨਾ ਵਸਾਰਿਓ ਨਾਉ, ਇੱਥੇ ਦੁੱਖਣੇ ਰਿਆ ਗਏ ਠੌਰ ਨਾ ਠਾਓ। ਉਹਨਾਂ ਦੇ ਵਚਨਾਂ ਦਾ ਦੁਨੀਆ ਦੇ ਵਿੱਚ ਕੋਈ ਮਾਣ ਸਤਿਕਾਰ ਨਹੀਂ ਕਰਦਾ, ਪਰ ਜਿਹੜੇ ਨੇ ਸਾਧੂ ਮਹਾਤਮਾ ਫਕੀਰ, ਉਹਨਾਂ ਦੇ ਅਮੋਲਕ ਵਚਨਾਂ ਨੂੰ ਸੁਣਨ ਦੇ ਲਈ ਇਹ ਸੰਗਤਾਂ ਫਿਰ ਸਦਾ ਵਾਸਤੇ ਤਰਸਦੀਆਂ ਰਹਿੰਦੀਆਂ ਹਨ। ਉਹਨਾਂ ਦੇ ਵਚਨ ਸੁਣ ਕਰਕੇ ਜਗਿਆਸੂਆਂ ਦੇ ਮਨ ਦੇ ਅੰਦਰ ਟਿਕਾ ਚੈਨ ਪੈਦਾ ਹੋ ਜਾਂਦੀ ਹੈ। ਇਹੋ ਜਿਹੇ ਤੱਤ ਤੇ ਮਹਾਂਪੁਰਖਾਂ ਦਾ ਤਾਂ ਚਾਰੇ ਪਾਸੇ ਬੜਾ ਮਾਣ ਸਤਿਕਾਰ ਹੋਇਆ ਕਰਦਾ ਹੈ। ਗੁਰ ਕਹਿ ਰੂਹ ਖਾਲਸੀ ਦੀਦ ਹੈ।
ਮਹਾਰਾਜ ਕਹਿਣ ਲੱਗੇ ਵੀ ਜਿਨ੍ਹਾਂ ਦੀ ਰੂਹ, ਜਿਨ੍ਹਾਂ ਦੀ ਆਤਮਾ ਖਲਾਸ ਹੋ ਚੁੱਕੀ ਹੈ, ਉਹ ਤਾਂ ਵੀ ਫਿਰ ਦਰਸ਼ਨ ਕਰਨ ਦੇ ਯੋਗ ਹੋ ਜਾਇਆ ਕਰਦੇ ਹਨ। ਬਾਜੀ ਬਗੈਰ ਸਾਈ ਮੁਰੀਦ ਹੈ। ਉਹਨਾਂ ਦੇ ਮਨ ਦੇ ਅੰਦਰ ਕੋਈ ਹੋ ਜਿਹਾ ਪਖੰਡ ਦਾ ਅਡੰਬਰ ਤਾਂ ਹੁੰਦਾ ਨਹੀਂ ਵੀ ਇੱਕ ਲੋਕ ਦਿਖਾਵੇ ਦੇ ਲਈ ਬਹੁਤ ਸਾਰੇ ਆਪਣੇ ਚੇਲੇ ਸੇਵਕ ਦਾਸ ਬਣਾ ਲਏ। ਇਹੋ ਜੀ ਜਿਹੜੀ ਹੈ ਬਾਜੀਗਰ ਦੀ ਖੇਲ, ਉਸ ਤੋਂ ਪੂਰਨ ਮਹਾਂਪੁਰਖ ਸਦਾ ਵਾਸਤੇ ਰਹਿਤ ਹੋਇਆ ਕਰਦੇ ਹਨ। ਖੁਦਾ ਬੰਦਾ ਬਗੈਰ ਹਵਾਏ। ਜਿਹੜਾ ਖੁਦਾ ਦਾ ਬੰਦਾ, ਉਹਦੇ ਮਨ ਦੇ ਵਿੱਚੋਂ ਤ੍ਰਿਸ਼ਨਾ ਬੁਝੈ, ਹਰ ਕੈ ਨਾਮ ਪ੍ਰਭ ਕੈ ਸਿਮਰਨ, ਤ੍ਰਿਸ਼ਨਾ ਬੁਝੈ ਪ੍ਰਭ ਕਾ ਸਿਮਰਨ ਸਭ ਕੇ ਸੁਝੈ। ਜਿਹੜੇ ਨੇ ਰੱਬ ਦੇ ਬੰਦੇ, ਉਹ ਫਿਰ ਆਪਣੇ ਹਿਰਦੇ ਦੇ ਅੰਦਰੋਂ ਤ੍ਰਿਸ਼ਨਾ ਨੂੰ ਵੀ ਨਾਸ ਕਰ ਦਿੰਦੇ ਹਨ। ਖੁਦਾਏ ਚਸ਼ਮ ਸੋਵੇ ਪ੍ਰਵਾਹ। ਤੇ ਜਿਨ੍ਹਾਂ ਨੇ ਸਾਹਮਣੇ ਉਸ ਅੱਲਾਹ ਤਾਲਾ ਖੁਦਾ ਦੇ ਦਰਸ਼ਨ ਕਰ ਲਏ ਹਨ, ਬਦਨ ਫੁਰਮਾਨ ਖੁਲਾਸੀ ਜਹਾਨ। ਵੀ ਉਹਨਾਂ ਦਾ ਜਿਹੜਾ ਹੁਕਮ ਹੈ ਨਾ, ਉਹਨਾਂ ਦੀ ਜਿਹੜੀ ਆਗਿਆ ਸਾਰੇ ਸੰਸਾਰ ਦੇ ਉੱਪਰ ਖੁੱਲ੍ਹਮ ਖੁੱਲ੍ਹੀ ਚੱਲਿਆ ਕਰਦੀ ਹੈ। ਬੰਦਗੀਦਾਰ ਦਰਗਾਹ ਪਰਵਾਨ। ਜਿਹੜੇ ਨੇ ਬੰਦਗੀ ਕਰਨ ਵਾਲੇ ਰੱਬ ਦੇ ਫਕੀਰ ਸਾਧੂ ਮਹਾਤਮਾ, ਉਹ ਤਾਂ ਫਿਰ ਉਸ ਦੀ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਂਦੇ ਹਨ। ਸੁਣ ਕਰ ਹੋਇਓ ਖੁਸ਼ੀ ਵਿਸ਼ੇਸ਼। ਇਹ ਬਚਨ ਸੁਣ ਕੇ ਇਸ ਫਕੀਰ ਦੇ ਮਨ ਦੇ ਅੰਦਰ ਬੜੀਆਂ ਖੁਸ਼ੀਆਂ, ਬੜੇ ਚਾਅ ਪੈਦਾ ਹੋ ਗਏ ਸਨ। ਬੋਲਿਓ ਪ੍ਰਭ ਸਿਉ ਪੁੰਨ ਦਰਵੇਸ਼। ਫਿਰ ਇਹਨੇ ਦੋਵੇਂ ਹੱਥ ਜੋੜ ਕੇ ਦਸ਼ਮੇਸ਼ ਪਿਤਾ ਦੇ ਚਰਨਾਂ 'ਚ ਅਰਜ਼ ਕੀਤੀ ਸੀ। ਜਾਰਤ ਮੱਕੇ ਕੀ ਮਹਿਮਾਨੀ। ਸੱਚੇ ਪਾਤਸ਼ਾਹ ਵੀ ਜਦੋਂ ਨਾ ਆਪ ਜੀ ਦੇ ਅੱਜ ਮੈਨੂੰ ਪਰੇ ਦੀਵਾਨ ਦੇ ਵਿੱਚ ਦੀਦਾਰ ਹੋ ਗਏ, ਮੈਨੂੰ ਤਾਂ ਇਉਂ ਲੱਗਦਾ ਵੀ ਜਿਵੇਂ ਮੈਂ ਮੱਕੇ ਦੀ ਜਾ ਕਰਕੇ ਯਾਤਰਾ ਕਰ ਲਈ ਹੈ। ਜਿਹੜੇ ਮੁਸਲਮਾਨ ਵੀਰ ਮੱਕੇ ਦੀ ਯਾਤਰਾ ਕਰਕੇ ਜੋ ਵੀ ਆਨੰਦ, ਜੋ ਵੀ ਚਾਅ ਪ੍ਰਾਪਤ ਕਰਨਾ ਚਾਹੁੰਦੇ ਹਨ, ਇਉਂ ਲੱਗਦਾ ਵੀ ਅੱਜ ਤਾਂ ਫਿਰ ਮੈਨੂੰ ਸਾਹਮਣੇ ਉਸ ਖੁਦਾ ਦੇ ਘਰ ਮੱਕੇ ਦੀ ਯਾਤਰਾ ਹੋ ਗਈ ਹੈ। ਰੋਜ਼ ਬੇਅਬ ਆਪ ਸ਼ੁਭ ਜਾਨੀ। ਜੋ ਗੁਨਾਹ ਤੋਂ ਰਹਿਤ ਖੁਦਾ ਅੱਜ ਮੈਨੂੰ ਉਸ ਦੇ ਸਾਹਮਣੇ ਹੀ ਦਰਸ਼ਨ ਹੋ ਗਏ ਨੇ। ਦੀਦਮ ਚਸ਼ਮ ਖੁਦਾਏ ਅੱਲਾਹੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਵਡਿਆਈ ਕੀਤੀ ਐ। ਇਸ ਫਕੀਰ ਨੇ ਆਪਣੀ ਰਸਨਾ ਤੋਂ ਵੀ ਅੱਜ ਜਿਹੜੇ ਖੁਦਾ ਨੂੰ ਮੈਂ ਟੋਲਦਾ ਫਿਰਦਾ ਸੀ, ਤੇ ਉਹਦੇ ਹੁਣ ਮੈਂ ਸਾਹਮਣੇ ਹੀ ਦੀਦਾਰ ਕਰ ਲਏ ਹਨ। ਖੂਬ ਦੀਦਾਰ ਸੁਬੇ ਪ੍ਰਵਾਹ। ਸੱਚੇ ਪਾਤਸ਼ਾਹ ਵੀ ਆਪ ਦਾ ਮੈਨੂੰ ਉਸ ਖੁਦਾ ਦਾ ਹੀ ਰੂਪ ਸਾਹਮਣੇ ਨਜ਼ਰ ਆਉਣ ਲੱਗ ਪਏ ਹੋ। ਏਕ ਬਾਤ ਹੈਗੀ ਗੁਣ ਖਾਨ। ਸੱਚੇ ਪਾਤਸ਼ਾਹ ਇਹ ਗੱਲ ਬਿਲਕੁਲ ਪੱਕੀ ਹੈ, ਇਹਦੇ ਵਿੱਚ 100% ਸੱਚਾਈ ਵੀ ਪਾਈ ਜਾਂਦੀ ਹੈ। ਤੂੰ ਸਾਚੋ ਗੁਰ ਪੀਰ ਜਹਾਨ। ਤੂੰ ਸਾਚੋ, ਸੱਚੇ ਪਾਤਸ਼ਾਹ ਵੀ ਤੁਸੀਂ ਤਾਂ ਸੰਸਾਰ ਦੇ ਅੰਦਰ ਸੱਚੇ ਗੁਰੂ ਪੀਰ ਉਸ ਖੁਦਾ ਦਾ ਰੂਪ ਮੇਰੇ ਸਾਹਮਣੇ ਬੈਠੇ ਹੋ। ਬੰਦਾ ਬਦਨ ਕਦਮ ਦਰ ਚੂਨ ਹੈ। ਸੱਚੇ ਪਾਤਸ਼ਾਹ ਵੀ ਮੈਂ ਤਾਂ ਆਪ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਨਾ, ਉਹਨੂੰ ਵੀ ਲੈ ਕਰਕੇ ਆਪਣੇ ਮੂੰਹ ਦੇ ਵਿੱਚ ਪਾਉਣੀ ਚਾਹੁੰਦਾ। ਤੂੰ ਖੁਦਾਏ ਵਰਤ ਹੈ ਬਹੁ ਗੁਣ ਹੈ। ਤੁਸੀਂ ਤਾਂ ਅਨੇਕਾਂ ਹੀ ਰੂਪਾਂ ਨੂੰ ਧਾਰਨ ਕਰਕੇ ਇੱਕ ਖੁਦਾ ਦੇ ਰੂਪ ਦੇ ਵਿੱਚ ਹੀ ਆ ਸੰਸਾਰ ਦੇ ਅੰਦਰ ਵਿਚਰ ਰਹੇ ਹੋ। ਏਕ ਦਿਵਸ ਮੈਂ ਦਰ ਦਰਿਆਓ। ਸੱਚੇ ਪਾਤਸ਼ਾਹ ਗਰੀਬ ਨਵਾਜ ਵੀ ਜਦੋਂ ਇੱਕ ਦਫਾ ਮੈਂ ਦਰਿਆ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਗਿਆ ਸੀ, ਦੇਹ ਖੈਰ ਹਿਤ ਦੀਨ ਸਪਾਊ। ਉਸ ਸਮੇਂ ਜਦੋਂ ਮੈਂ ਆਪਣੀ ਦੇਹ ਦੇ ਸੁੱਖਾਂ ਦੇ ਲਈ ਪਾਪ ਦਰਿਆ ਦੇ ਵਿੱਚ
ਇਸ਼ਨਾਨ ਕਰਨ ਦੇ ਵਾਸਤੇ ਪ੍ਰਵੇਸ਼ ਕੀਤਾ ਸੀ। ਗੁਸਲ ਕੁੰਦ ਮੈਂ ਡੁਬਕ ਲਗਾਈ। ਜਦੋਂ ਇਸ਼ਨਾਨ ਕਰਨ ਵਾਸਤੇ ਉਸ ਦਰਿਆ ਦੇ ਪਾਣੀ ਦੇ ਵਿੱਚ ਮੈਂ ਡੁਬਕੀ ਲਗਾਈ ਹੈ, ਏਕ ਪੁਰਖ ਤਬ ਦੀਨ ਦਿਖਾਈ। ਉਸ ਵਕਤ ਇੱਕ ਮੈਨੂੰ ਪੁਰਖ ਜਿਹੜਾ ਸਾਹਮਣੇ ਦਿਖਾਈ ਦਿੱਤਾ ਸੀ। ਲੈ ਕਰ ਦੂਰ ਗਇਓ ਮੁਝ ਸੋਈ। ਉਹ ਪਕੜ ਕਰਕੇ ਬਾਂਹ ਮੈਨੂੰ ਕਾਫੀ ਦੂਰ ਲੈ ਗਿਆ ਸੀ ਉਸ ਥਾਂ ਤੋਂ। ਮਮ ਮਨ ਭਰਮ ਖਾਬ ਸਮ ਹੋਈ। ਤੇ ਮੈਨੂੰ ਇੱਕ ਮਨ ਦੇ ਸੁਪਨੇ ਦੇ ਸਮਾਨ ਸਾਰੀ ਵਾਰਤਾ ਸਾਹਮਣੇ ਦਿਸ ਰਹੀ ਵੀ ਜਿਵੇਂ ਇਸ਼ਨਾਨ ਕੀਤਾ। ਜੋ ਪੁਰਸ਼ ਮੈਨੂੰ ਪਕੜ ਕਰਕੇ ਕਾਫੀ ਦੂਰ ਤੱਕ ਲੈ ਗਿਆ ਸੀ। ਤਾਹਾਂ ਪਹੁੰਚ ਇੱਕ ਦੇਖੀਦਾਰਾ। ਉੱਥੇ ਜਾ ਕਰਕੇ ਫਿਰ ਮੈਂ ਇੱਕ ਇਸਤਰੀ ਨੂੰ ਸਾਹਮਣੇ ਦੇਖਿਆ ਸੀ। ਜਿਸਕੇ ਤਨ ਮਹਿ ਜੀਵ ਹਜ਼ਾਰਾਂ। ਹੁਣ ਜਿਹਦੇ ਸਰੀਰ ਦੇ ਵਿੱਚ ਹਜ਼ਾਰਾਂ ਹੀ ਮੱਛ ਕੱਛ ਸਾਹਮਣੇ ਦਿਸ ਰਹੇ ਸਨ। ਮੰਦਰ ਅੰਦਰ ਸੋ ਲੈ ਗਈ। ਉਹ ਮੈਨੂੰ ਪਕੜ ਕਰਕੇ ਇੱਕ ਬੜੇ ਸੁੰਦਰ ਮੰਦਰ ਦੇ ਵਿੱਚ ਲੈ ਕਰਕੇ ਪਹੁੰਚ ਗਈ ਹੈ। ਮਮ ਸਨਮਾਨ ਕਰਤ ਬਹੁ ਭਈ। ਉੱਥੇ ਵੀ ਉਹਨੇ ਮੇਰਾ ਬਹੁਤ ਜ਼ਿਆਦਾ ਆਪਣੇ ਵੱਲੋਂ ਅਦਬ ਸਤਿਕਾਰ ਕੀਤਾ ਸੀ। ਪੂਜਾ ਕਰ ਅਕੋਰ ਮੁਝ ਦੀਨ। ਪਹਿਲਾਂ ਉਹਨੇ ਮੇਰੇ ਚਰਨਾਂ ਦੀ ਪੂਜਾ ਕੀਤੀ ਤੇ ਫਿਰ ਬਹੁਤ ਸਾਰੇ ਪਦਾਰਥ ਮੇਰੇ ਅੱਗੇ ਭੇਟਾ ਕਰ ਦਿੱਤੇ ਸਨ। ਪੁਨ ਇੱਕ ਪੁਰਖ ਬਿਲੋਕਨ ਕੀਨ। ਫਿਰ ਇੱਕ ਹੋਰ ਜਿਹੜਾ ਮਰਦ ਮੈਨੂੰ ਉਸ ਥਾਂ ਤੇ ਸਾਹਮਣੇ ਨਜ਼ਰ ਆਇਆ ਸੀ। ਬਹੁ ਬਾਹੂ ਬਹੁ ਬਦਨ ਸੁਹੇਲੇ। ਹੁਣ ਜਿਹਦੀਆਂ ਵੱਡੀਆਂ ਵੱਡੀਆਂ ਬਾਹਾਂ ਤੇ ਬਹੁਤ ਵੱਡਾ ਮੁੱਖਾ ਬਣਿਆ ਹੋਇਆ ਸੀ। ਨਾਗ ਲਪੇਟੇ ਮਨਹੁ ਸਪੇਲੇ। ਜਿਸ ਨੇ ਆਪਣੇ ਸਰੀਰ ਦੇ ਆਲੇ ਦੁਆਲੇ ਬੜੇ ਜ਼ਹਿਰੀਲੇ ਬਹੁਤ ਸਾਰੇ ਨਾਗ ਲਪੇਟੇ ਹੋਏ ਸਨ। ਮੋਹੇ ਸੰਗ ਬੋਲਿਓ ਸੁਖ ਸਾਈ। ਉਸ ਸਮੇਂ ਦੇ ਕਰਕੇ ਉਹ ਵੀ ਮੈਨੂੰ ਆਪਣੇ ਵੱਲੋਂ ਇਹ ਗੱਲਬਾਤ ਕਹਿਣ ਲੱਗਿਆ ਸੀ। ਮੁਝ ਤੇ ਕਛੂ ਨ ਜਾਣਿਓ ਜਾਈ। ਪਰ ਇਸ ਹਕੀਕਤ ਦੇ ਬਾਰੇ ਮੈਨੂੰ ਕੋਈ ਪਤਾ ਤਾਂ ਲੱਗਿਆ ਨਹੀਂ ਵੀ ਉਹ ਪੁਰਖ ਕੌਣ ਹੈ ਤੇ ਇਸਤਰੀ ਕਿਹੜੀ ਸੀ ਜੋ ਮੈਨੂੰ ਫੜ ਕਰਕੇ ਮੰਦਰ ਦੇ ਵਿੱਚ ਲੈ ਗਈ ਹੈ। ਕਹਿਓ ਤਬੈ ਮੈਂ ਨਹੀਂ ਪਛਾਨੋ। ਮੈਂ ਕਿਹਾ ਵੀ ਮੈਂ ਤਾਂ ਤੁਹਾਨੂੰ ਪਛਾਣਿਆ ਨਹੀਂ, ਤੁਸੀਂ ਕੌਣ ਹੋ? ਜਾਂ ਫਿਰ ਕਿੱਥੋਂ ਚੱਲ ਕਰਕੇ ਆਏ ਹੋ? ਕੋ ਤੂੰ ਕੈਸੇ ਕਰਤ ਬਖਾਨੋ। ਮੈਂ ਪੁੱਛਿਆ ਵੀ ਪੁਰਖਾ ਤੂੰ ਹੈ ਕੌਣ ਹੈ, ਕਿਹੜੀ ਜਗ੍ਹਾ ਤੋਂ ਚੱਲ ਕਰਕੇ ਆਇਆ ਹੈ? ਸੁਨ ਕਰ ਕਹਿਓ ਸੰਦੇਸਾ ਰੂਰਾ। ਸੁਣ ਕਰਕੇ ਉਹ ਮਰਦ ਕਹਿ ਲੱਗਿਆ ਵੀ ਦੇਖ ਤੈ ਇੱਕ ਮੇਰਾ ਬੜਾ ਸੋਹਣਾ ਸੰਦੇਸ਼ ਗੁਰੂ ਜੀ ਦੇ ਪਾਸ ਜਾ ਕਰਕੇ ਦੇਣਾ ਹੈ। 10ਵੇਂ ਪਾਤਸ਼ਾਹੋ ਗੁਰਪੂਰਾ। ਜੋ ਇਸ ਸਮੇਂ ਸਤਿਗੁਰੂ ਜੀ ਨੇ ਕਲਯੁਗ ਦੇ ਵਿੱਚ ਅਵਤਾਰ ਧਾਰਨ ਕੀਤਾ ਹੋਇਆ। ਤਿੰਨ ਟਿਗ ਪਹੁੰਚੋ ਕਰੋ ਬਤਾਵਨ। ਜਦੋਂ ਤੂੰ ਉਹਨਾਂ ਦੇ ਪਾਸ ਪਹੁੰਚ ਗਿਆ ਫਿਰ ਜਾ ਕਰਕੇ ਸਾਰੀ ਗੱਲਬਾਤ ਦੀਨ ਦੁਨੀਆ ਦੇ ਮਾਲਕ ਦੇ ਕੋਲ ਦੱਸ ਦੇਣੀ ਹੈ। 9 ਕਰੋੜ ਅਰ ਲੱਖ 55। ਵੀ 9 ਕਰੋੜ ਤੇ 55 ਲੱਖ ਦੀ ਗਿਣਤੀ ਦੀ ਜੋ ਵੀ ਮਾਇਆ ਹੈ। ਦਰਬ ਤੁਮਾਰੋ ਅਬ ਕੋ ਧਰਿਓ। ਉਹ ਆਪ ਦਾ ਤਨ ਆਪ ਦੀ ਮਾਇਆ ਮੇਰੇ ਪਾਸ ਜਮ੍ਹਾਂ ਹੋ ਚੁੱਕੀ ਹੈ। ਮੋਹੇ ਭਰ ਜਾ ਕੇ ਢਿਗ ਪਰਿਓ। ਜੋ ਮੇਰੀ ਇਸਤਰੀ ਦੇ ਪਾਸ ਇਹ ਮਾਇਆ ਮਹਾਰਾਜ ਨੇ ਰੱਖੀ ਹੋਈ ਹੈ 10 ਕਰੋੜ ਅਰ 70 ਲੱਖ। ਉਹ ਹੈ 10 ਕਰੋੜ ਤੇ 70 ਲੱਖ ਦੀ ਗਿਣਤੀ ਦੇ ਵਿੱਚ। ਦੁਤੀ ਭਰ ਜਾ ਕੇ ਢਿਗ ਰੱਖਾ। ਇਸੇ ਤਰ੍ਹਾਂ ਹੋਰ ਜਿਹੜੀ ਕਾਫੀ ਮਾਇਆ ਧਨ ਜੋ ਮੇਰੀ ਦੂਜੀ ਘਰੇ ਵਾਲੀ ਦੇ ਪਾਸ ਦੀਨ ਦੁਨੀਆ ਦੇ ਮਾਲਕ ਨੇ ਜਮ੍ਹਾਂ ਕਰਵਾਇਆ ਹੋਇਆ। ਪ੍ਰਥਮ ਦੇਹ ਕੋ ਧਰਿਓ ਤੁਮਾਰੋ। ਉਹ ਜਿਹੜੀ ਮਾਇਆ ਉਹ ਧਨ ਪਹਿਲਾਂ ਦਾ ਹੀ ਸਤਿਗੁਰੂ ਜੀ ਨੇ ਸਾਡੇ ਪਾਸ ਇੱਕ ਅਮਾਨਤ ਦੇ ਤੌਰ ਤੇ ਰੱਖਿਆ ਹੋਇਆ ਹੈ। ਕਿਉਂ ਕਰ ਤਿਸ ਕੀ ਬਾਤ ਉਚਾਰੋ। ਵੀ ਜਾ ਕਰਕੇ ਸਾਰੀ ਗੱਲਬਾਤ ਮਾਇਆ ਦੀ
ਮਹਾਰਾਜ ਦੇ ਪਾਸ ਤੈਂ ਬੇਨਤੀ ਕਰ ਦੇਣੀ ਹੈ। 19 ਸਵਾ ਕਰੋੜ ਭਇਓ ਸਭ। ਇਹ ਜਿਹੜਾ ਜੋੜ ਕਰਕੇ ਤੇ 20 ਕਰੋੜ ਤੋਂ ਉੱਪਰ ਹੋ ਚੁੱਕਿਆ ਹੈ। ਵਾਧੇ ਸਹਿਤ ਲੀਜੀਐ ਸੋ ਅਬ। ਸੱਚੇ ਪਾਤਸ਼ਾਹ ਜਦੋਂ ਆਪ ਚਾਹੋਗੇ ਵਿਆਹ ਦੇ ਸਮੇਤ ਸਵਾ ਕੁ ਜਿਹੜੀ 20 ਕਰੋੜ ਦੀ ਮਾਇਆ ਤਨ ਬਣਿਆ ਹੈ, ਜਦੋਂ ਆਪ ਚਾਹੋ ਵਿਆਹ ਦੇ ਸਮੇਤ ਉਸੇ ਵਕਤ ਆਪ ਨੂੰ ਮਿਲ ਜਾਣੀ ਹੈ। ਕੈ ਸਭ ਧਨ ਕੋ ਲੀਜੈ ਦੇਸ਼। ਸੱਚੇ ਪਾਤਸ਼ਾਹ ਵੀ ਜਦੋਂ ਵੀ ਆਪ ਦੀ ਆਗਿਆ ਹੋਏਗੀ ਇਹ ਮਾਨਤ ਅਸੀਂ ਆਪ ਦੇ ਪਾਸ ਹਾਜ਼ਰ ਕਰ ਦੇਣੀ ਹੈ। ਚਹਿ ਹੋ ਤੁਸੀਂ ਜਹ ਲੇਹੋ ਅਸ਼ੇਸ਼। ਜਦੋਂ ਵੀ ਆਪ ਦੀ ਮੌਜ ਹੋਈ ਉਸੇ ਵਕਤ ਉਹ ਕੱਲਾ ਕੱਲਾ ਪੈਸਾ ਆਪ ਨੂੰ ਮੇਰੇ ਪਾਸੋਂ ਪ੍ਰਾਪਤ ਹੋ ਜਾਣਾ ਹੈ। ਦੇਨਦਾਰ ਮੈਂ ਰਾਵਰ ਇਹੋ। ਸੱਚੇ ਪਾਤਸ਼ਾਹ ਗਰੀਬ ਨਵਾਜ ਇਤਨੀ ਮਾਇਆ ਇਤਨਾ ਧਨ ਦਾ ਮੈਂ ਆਪ ਦਾ ਦੇਣਦਾਰ ਹਾਂ। ਜਹ ਜਬ ਚਾਹੋ ਤਹ ਤਬ ਲੇਹੋ। ਜਦ ਵੀ ਲੋੜ ਪੈਗੀ ਤੇ ਉੱਥੇ ਫਿਰ ਇਹ ਮਾਇਆ ਆਪ ਮੰਗਾ ਸਕਦੇ ਹੋ। ਹਸ ਕਰ ਸ਼੍ਰੀ ਪ੍ਰਭ ਗਿਰਾ ਅਲਾਈ। ਉਸ ਸਮੇਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪਣੇ ਨੂਰਾਨੀ ਚਿਹਰੇ ਤੋਂ ਹੱਸ ਕਰਕੇ ਕਹਿਣ ਲੱਗੇ ਸੀ, ਭਲਾ ਫਕੀਰ ਭਲਾ ਸੁਨ ਸਾਈ। ਐ ਸਾਈਂ ਲੋਕ ਐ ਫਕੀਰ ਭਲਾ ਹੋਵੇ ਭਲਾ ਹੋਵੇ। ਇਹ ਮਹਾਰਾਜ ਨੇ ਬਚਨ 2 ਵਾਰੀ ਆਪਣੀ ਰਸਨਾ ਤੋਂ ਕੀਤੇ ਸੀ। ਜਾਨ ਲੀਨ ਹਮ ਸਰਬ ਸੰਦੇਸਾ। ਮਹਾਰਾਜ ਕਹਿਣ ਲੱਗੇ ਐ ਸਾਈਂ ਲੋਕ ਇਹ ਜਿਹੜੀ ਸਾਰੀ ਵਾਰ ਅਸੀਂ ਆਪਣੇ ਆਪ ਹੀ ਜਾਣ ਲਈ ਹੈ। ਸਮਝਿਓ ਪਾਛਲ ਪ੍ਰਥਮ ਅਸ਼ੇਸ਼ਾ। ਜੋ ਹੁਣ ਦਾ ਜੋ ਪਹਿਲਾਂ ਦਾ ਧਨ ਸਾਡੇ ਪਾਸ ਤੁਸੀਂ ਇਹ ਜਮ੍ਹਾਂ ਕਰਵਾਇਆ ਹੋਇਆ ਹੈ। ਸੁਨ ਫਕੀਰ ਹੋਏ ਦੀਨ ਬਖਾਨੈ। ਸੁਣ ਕਰਕੇ ਇਸ ਫਕੀਰ ਸਾਧੂ ਮਹਾਤਮਾ ਨੇ ਬੜੀ ਨਿਮਰਤਾ ਦੇ ਨਾਲ ਦੋਵੇਂ ਹੱਥ ਜੋੜੇ ਸਨ। ਜ਼ਾਹਰ ਕਰੋ ਜਥਾ ਹਮ ਜਾਣੈ। ਸੱਚੇ ਪਾਤਸ਼ਾਹ ਵੀ ਇਹਨਾਂ ਬਚਨਾਂ ਦੇ ਮਾਰੇ ਮੈਨੂੰ ਸਮਝਾਓ ਕੀ ਕੀ ਇਸ਼ਾਰੇ ਉਸ ਮਰਦ ਨੇ ਆਪਣੇ ਵੱਲੋਂ ਕੀਤੇ ਸਨ। ਤਾਹਾ ਨ ਭੇਦ ਪਛਾਨਿਓ ਕੋਈ। ਉੱਥੇ ਮੈਨੂੰ ਉਸ ਪੁਰਖ ਦੀਆਂ ਗੱਲਾਂ ਬਾਤਾਂ ਜਾਂ ਬਚਨਾਂ ਬਾਰੇ ਕੋਈ ਪਤਾ ਨਹੀਂ ਲੱਗਿਆ ਵੀ ਕੀ ਕਹਿੰਦਾ ਹੈ, ਜਾਂ ਫਿਰ ਕਿਹਦੇ ਪਾਸੇ ਮਾਇਆ ਅਮਾਨਤ ਜਮ੍ਹਾਂ ਕਰਵਾਈ ਸੀ। ਇਹਾਂ ਆਪ ਭਾਖੀ ਰੱਖ ਗੋਈ। ਸੱਚੇ ਪਾਤਸ਼ਾਹ ਇੱਥੇ ਵੀ ਇਹ ਸਾਰੇ ਬਚਨ ਆਪ ਜੀ ਨੇ ਥੋੜੇ ਜਿਹੇ ਗੁਪਤ ਰੱਖ ਲਏ ਹਨ। ਤਾਹਾਂ ਖਾਬ ਸਮ ਕਛੂ ਨ ਜਾਣਾ। ਤੇ ਉੱਥੇ ਮੈਨੂੰ ਇਹ ਸਾਰੀ ਵਾਰਤਾ ਇੱਕ ਸੁਪਨੇ ਦੇ ਸਮਾਨ ਸਾਹਮਣੇ ਦਿਸੀ ਹੈ। ਕੁਛ ਮੇਰੋ ਬਸ ਚੱਲਿਓ ਨਾ ਸਿਆਣਾ। ਮੈਂ ਭਾਵੇਂ ਬੜਾ ਸਿਆਣਾ ਤੇਜ ਬੁੱਧ ਵੀ ਧਾਰਨ ਕੀਤੀ ਹੋਏ, ਪਰ ਫਿਰ ਵੀ ਇਸ ਸੁਪਨੇ ਦੇ ਬਾਰੇ ਅਜੇ ਤੱਕ ਵੀ ਮੈਨੂੰ ਕੋਈ ਪਤਾ ਨਹੀਂ ਚੱਲਿਆ ਹੈ। ਤੁਮ ਅਬ ਕਰੁਣਾ ਕਰ ਸਮਝਾਵੋ। ਇਹ ਕਹਿ ਲੱਗਿਆ ਮਹਾਰਾਜ ਇਹ ਸਾਰਾ ਭੇਤ ਕਿਰਪਾ ਕਰਕੇ ਫਿਰ ਆਪ ਹੀ ਮੇਰੇ ਕੋਲ ਖੋਲ ਸਕਦੇ ਹੋ। ਕਹਾਂ ਬਾਤ ਇਹ ਸਕਲ ਬਤਾਵੋ। ਮਹਾਰਾਜ ਇਹ ਮਾਇਆ ਆਪਨੇ ਕਿਹਦੇ ਪਾਸ ਜਮ੍ਹਾਂ ਕੀਤੀ ਹੈ, ਕਿਸ ਨੇ ਆ ਕਰਕੇ ਸਾਰੀ ਮਾਇਆ ਦੀ ਗਿਣਤੀ ਵੀ ਸਾਨੂੰ ਦੱਸਣੀ ਕੀਤੀ ਹੈ। ਬਿਨੈ ਸੁਨਤ ਸਤਿਗੁਰੂ ਉਚਾਰੀ। ਜਦੋਂ ਇਸ ਨੇ ਦੋਵੇਂ ਹੱਥ ਜੋੜ ਕਰਕੇ ਬਾਰ-ਬਾਰ ਮਹਾਰਾਜ ਦੇ ਅੱਗੇ ਅਰਜ਼ੋਈਆਂ ਕੀਤੀਆਂ ਸਨ। ਪੁਰਖ ਉਦਦ ਸਤਦਰਵ ਸੋ ਨਾਰੀ। ਸਤਿਗੁਰੂ ਜੀ ਨੇ ਫਿਰ ਇਸ ਫਕੀਰ ਨੂੰ ਸਾਰੀ ਜਿਹੜੀ ਹਕੀਕਤ ਸੱਚਾਈ ਸਮਝਾਈ ਵੀ ਜਿਹੜਾ ਤੈਨੂੰ ਪੁਰਖ ਮਰਦ ਮਿਲਿਆ ਉਹ ਤਾਂ ਆਪ ਹੀ ਸਮੁੰਦਰ ਰੂਪ ਧਾਰਨ ਕਰਕੇ ਆਇਆ ਸੀ। ਦੂਜੀ ਗੋਦਾਵਰੀ ਸੋਦਾਰਾ। ਤੇ ਜਿਹੜੀਆਂ 2 ਘਰ ਵਾਲੀਆਂ ਤੈਨੂੰ ਮਿਲੀਆਂ ਉਹਨਾਂ ਦੇ ਵਿੱਚੋਂ ਇੱਕ ਗੋਦਾਵਰੀ ਨਦੀ ਹੈ। ਤਿਨਹੁ ਸੁਨੇਹਾ ਤੋਹੇ ਉਚਾਰਾ। ਉਹਨਾਂ ਨੇ ਹੀ ਤੇਰੇ ਪਾਸ ਇਹ ਸਾਰਾ ਸੁਨੇਹਾ ਭੇਜਣਾ ਕੀਤਾ ਹੈ। ਸੋ ਲੇਖਾ ਹਮ ਸਮਝਹਿ ਸਾਰਾ। ਸਤਿਗੁਰੂ ਜੀ ਕਹਿ ਲਗੇ ਵੀ ਇਹ ਲੇਖਾ ਜੋਖਾ ਜੋ ਵੀ
ਉਹ ਲੈਣ ਦੇਣ ਦਾ ਅਸੀਂ ਆਪਣੇ ਆਪ ਹੀ ਸਮਝ ਲਵਾਂਗੇ। ਦਰਬ ਇਕੱਤਰ ਜੋ ਧਰਿਓ ਉਦਾਰਾ। ਪਰ ਜੋ ਵੀ ਧਨ ਜੋ ਵੀ ਇਹ ਲక్ష్ਮੀ ਤੇਰੇ ਪਾਸ ਜਮਾ ਕਰਵਾਈ ਹੈ, ਸਿੱਖ ਪੁੱਤਰਾਂ ਕੋ ਲੈ ਹਮ ਦੈ ਹੈ। ਇਹ ਸਾਰਾ ਧਨ ਕਰੋੜਾਂ ਦੀ ਗਿਣਤੀ ਦੇ ਵਿੱਚ ਅਸੀਂ ਆਪਣੇ ਸਿੱਖਾਂ ਰੂਪੀ ਪੁੱਤਰਾਂ ਨੂੰ ਤੇਰੇ ਪਾਸੋਂ ਲੈ ਕਰਕੇ ਦੇਣਾ ਹੈ। ਜਬ ਹੈ ਪੰਥ ਜਗ ਮਹਿ ਬਿਰਦੈ ਹੈ। ਸਤਿਗੁਰੂ ਜੀ ਕਹਿਣ ਲੱਗਾ ਵੀ ਜਦੋਂ ਮੇਰਾ ਖਾਲਸਾ ਪੰਥ ਦੁਨੀਆ ਦੇ ਵਿੱਚ ਚਾਰੇ ਪਾਸੇ ਬਹੁਤ ਹੀ ਜ਼ਿਆਦਾ ਵੱਧ ਜਾਏਗਾ, ਰਾਜ ਕਰਨ ਕੀ ਲਾਇਕ ਹੋਵੈ। ਜਦੋਂ ਮੇਰੇ ਸਿੰਘਾਂ ਨੇ ਯੋਧੇ ਸੂਰਮਿਆਂ ਨੇ ਆ ਜਿਹੜਾ ਦੁਨਿਆਵੀ ਰਾਜ ਭਾਗ ਕਰਨ ਦੇ ਯੋਗ ਹੋ ਜਾਣਾ ਹੈ, ਅਵਨੀ ਤੇ ਦੁਸ਼ਟਨ ਕੋ ਖੋਵੈ। ਉਸ ਟਾਈਮ ਤੇ ਫਿਰ ਸਾਰੀ ਧਰਤੀ ਦੇ ਉੱਪਰੋਂ ਉਹ ਜਿਹੜੇ ਦੁਸ਼ਟ ਪਾਪੀ ਜ਼ਾਲਮ ਵਧੇ ਹੋਏ ਹਨ, ਮੇਰੇ ਯੋਧੇ ਸੂਰਮਿਆਂ ਨੇ ਇਹਨਾਂ ਦਾ ਸਾਰਿਆਂ ਦਾ ਨਾਸ ਹੀ ਕਰ ਦੇਣਾ ਹੈ। ਤਿਨ ਮਹਿ ਏਕ ਸਿੱਖ ਹਵੈ ਭਾਰਾ। ਉਹਨਾਂ ਦੇ ਵਿੱਚੋਂ ਜਦੋਂ ਇੱਕ ਇਹੋ ਜਿਹਾ ਬੜਾ ਤੇਜ ਪ੍ਰਤਾਪੀ ਕਰਨੀ ਵਾਲਾ ਗੁਰ ਸਿੱਖ ਪੈਦਾ ਹੋਣਾ ਹੈ, ਤਿਸ ਹੱਥੀਂ ਲੇਖਾ ਹੋਏ ਸਾਰਾ। ਇਸ ਮਾਇਆ ਦਾ ਜਿਹੜਾ ਹਿਸਾਬ ਕਿਤਾਬ ਫਿਰ ਉਸ ਗੁਰ ਸਿੱਖ ਦੇ ਹੱਥੀਂ ਸਾਰਾ ਆਪਣੇ ਆਪ ਹੀ ਪੂਰਾ ਹੋ ਜਾਏਗਾ। ਸੋ ਲੇਵੈ ਨਿਜ ਮਾਤਾ ਸਹਿਤ। ਉਹ ਆਪਣੀ ਮਾਤਾ ਦੇ ਸਮੇਤ ਸਾਰੀ ਮਾਇਆ ਜੋ ਵੀ ਲక్ష్ਮੀ ਹੈ ਉਹਨੇ ਆਪਣੇ ਆਪ ਹੀ ਆ ਕਰਕੇ ਸੰਭਾਲ ਲੈਣਾ ਹੈ। ਸਮਝਹਿਗੇ ਲੇਖਾ ਹੈ ਮਹਿਤ। ਇਹ ਹੈ ਹਿਸਾਬ ਕਿਤਾਬ ਦਾ ਹੈ ਕਰੋੜਾਂ ਦੀ ਗਿਣਤੀ 'ਚ, ਪਰ ਜਦੋਂ ਇਹੋ ਜਿਹਾ ਕਰਨੀ ਵਾਲਾ ਤੇਜ ਪ੍ਰਤਾਪੀ ਗੁਰਮੁਖ ਪੈਦਾ ਹੋ ਗਿਆ, ਉਹਨੇ ਸਾਰਾ ਜਿਹੜਾ ਹਿਸਾਬ ਦਾ ਆਪਣੇ ਆਪ ਹੀ ਕਰ ਲੈਣਾ ਹੈ। ਇਸੀ ਹੇਤ ਦਵੈ ਬਾਰ ਉਚਾਰਾ। ਇਸੇ ਕਰਕੇ ਅਸੀਂ ਆਪਣੀ ਰਸਨਾ ਤੋਂ ਭਲਾ ਫਕੀਰ ਜੀ ਭਲਾ ਸਾਈਂ ਜੀ ਇਹ 2 ਵਾਰ ਬਚਨ ਇਸੇ ਕਰਕੇ ਹੀ ਉਚਾਰਨ ਕੀਤੇ ਹਨ। ਭਲਾ ਭਲਾ ਜੀ ਜਾਣਿਓ ਸਾਰਾ। ਉਹ ਸਮੇਂ ਜੋ ਕਿਹਾ ਵੀ ਭਲਾ ਸਾਈਂ ਲੋਕ ਐ ਭਲਾ ਸਾਈਂ ਫਕੀਰ ਜੋ ਵੀ ਮਹਾਰਾਜ ਨੇ ਬਚਨ 2 ਦਫਾ ਆਪਣੀ ਰਸਨਾ ਤੋਂ ਉਚਾਰਨ ਕੀਤੇ ਸੀ। ਹੈਗਾ ਸੱਚ ਫਕੀਰ ਹੈ ਸਾਈਂ। ਕਹਿ ਲਗੇ ਮਹਾਰਾਜ ਵੀ ਤੂੰ ਵੀ ਉਸ ਖੁਦਾ ਦਾ ਸੱਚਾ ਫਕੀਰ ਹੈ। ਸਭ ਹਮ ਸਮਝਿਓ ਜਥਾ ਬਤਾਈ। ਇਹ ਵੀ ਸਤਿਗੁਰੂ ਜੀ ਦੇ ਬਚਨ ਸੁਣ ਕਰਕੇ ਸਾਰੀ ਜਿਹੜੀ ਆਗਾਮੀ ਵਾਰਤਾ ਨੂੰ ਉਸੇ ਬਾਤ ਸਮਝ ਗਿਆ ਵੀ ਉਹ ਪੁਰਖ ਇੱਕ ਸਮੁੰਦਰ ਦੇ ਰੂਪ ਦੇ ਵਿੱਚ ਜੋ ਵੀ ਆਇਆ ਸੀ। ਸੁਨਤ ਫਕੀਰ ਚੁੱਕਿਓ ਕਰਨਮੋ। ਉਸੇ ਬਾਤ ਇਸ ਫਕੀਰ ਨੇ ਮਹਾਰਾਜ ਦੇ ਅੱਗੇ ਆਪਣਾ ਸੀਸ ਝੁਕਾ ਦਿੱਤਾ ਵੀ ਸਮੁੰਦਰ ਹੀ ਇੱਕ ਮਰਦ ਦਾ ਜਿਹੜਾ ਸਰੂਪ ਧਾਰਨ ਕਰਕੇ ਉਸ ਸਮੇਂ ਇਸ ਨੂੰ ਮਿਲਿਆ ਸੀ। ਬੂਝਨ ਹੇਤ ਕਹਿਓ ਤੇ ਸਮੋ। ਫਿਰ ਜੋ ਵੀ ਇਹਦੇ ਮਨ ਦੇ ਵਿੱਚ ਕੋਈ ਬਾਕੀ ਸ਼ੰਕਾ ਰਹਿ ਗਈ ਉਹਨੂੰ ਵੀ ਪੁੱਛਣ ਵਾਸਤੇ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਦਿੱਤੇ ਹਨ। ਮੋਹ ਕਹੁ ਲਾਭ ਕਹਾਂ ਕਛ ਹੋਵਾ। ਸੱਚੇ ਪਾਤਸ਼ਾਹ ਵੀ ਮੈਨੂੰ ਲਾਭ ਤੇ ਮੈਨੂੰ ਕੀ ਇਹਦੇ ਵਿੱਚੋਂ ਲਾਭ ਪ੍ਰਾਪਤ ਹੋਣਾ ਹੈ। ਦਰਸ਼ਨ ਰਾਵਰ ਕੋ ਬਰ ਜੋਵਾ। ਜੋ ਮੈਂ ਆਪ ਦੇ ਆ ਕੇ ਦਰਸ਼ਨ ਦੀਦਾਰ ਕੀਤੇ ਨੇ ਇੱਕ ਖੁਦਾ ਦਾ ਰੂਪ ਜਾਣਦੇ ਹੋਇਆਂ ਤੇ ਮੈਨੂੰ ਵੀ ਇਹਦੇ ਵਿੱਚੋਂ ਕੀ ਲਾਭ ਪ੍ਰਾਪਤ ਹੋ ਜਾਣਾ ਹੈ। ਸ਼੍ਰੀ ਕਲਗੀਧਰ ਤਬ ਮੁਸਕਾਏ। ਮਸ਼ਕਰਾਉਂਦਿਆਂ ਹੋਇਆ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਫਿਰ ਅਗੰਮੀ ਵਚਨ ਕੀਤੇ ਸੀ। ਪੰਥ ਵਿਖੈ ਤੁਮ ਉਪਜੋ ਆਏ। ਵੀ ਤੈਨੂੰ ਵੀ ਜਦੋਂ ਖਾਲਸੇ ਪੰਥ ਦੇ ਅੰਦਰ ਜਨਮ ਧਾਰਨ ਕਰਨਾ ਪੈਣਾ ਹੈ। ਤੁਮ ਭੀ ਤਪ ਕੋ ਫਲ ਹੋਏ ਜੇਤਾ। ਉਹ ਜਿਹੜੀ ਤਪੱਸਿਆ ਜੋ ਵੀ ਤੈਂ ਬੜਾ ਘੋਰ ਤਪ ਕੀਤਾ ਹੁਣ ਤੱਕ ਉਸ ਵਕਤ ਉਹਦਾ ਫਲ ਤੈਨੂੰ ਸਾਰਾ ਹੀ ਮਿਲ ਜਾਣਾ ਹੈ। ਭੋਗੋ ਭੋਗ ਹਰਖ ਕਰ ਤੇਤਾ। ਉਸ ਤਪ ਦਾ ਫਲ ਫਿਰ ਆ ਕਰਕੇ ਤੈਨੂੰ ਬੜੀਆਂ
ਖੁਸ਼ੀਆਂ ਦੇ ਨਾਲ ਪ੍ਰਾਪਤ ਹੋ ਜਾਣਾ ਹੈ। ਕਰੋ ਰਾਜ ਕੋ ਲੈ ਕਰ ਧਰਨੀ। ਮਹਾਰਾਜ ਕਹਿਣ ਲੱਗੇ ਵੀ ਆ ਧਰਤੀ ਦਾ ਕਾਫੀ ਰਾਜ ਭਾਗ ਤੈਨੂੰ ਵੀ ਉਸ ਸਮੇਂ ਮਿਲ ਜਾਏਗਾ, ਜੋ ਵੀ ਤੈਂ ਤਪੱਸਿਆ, ਜੋ ਵੀ ਹੁਣ ਤੱਕ ਮਾਤਲ ਦੀ ਧਰਤੀ ਤੇ ਜਪ ਤਪ ਵਗੈਰਾ ਕੀਤੇ ਹਨ। ਜਿਸ ਪ੍ਰਕਾਰ ਕੀ ਕੀਨਸ ਕਰਨੀ। ਜਿਉ ਜੀ ਤੈਂ ਕਾਲਣਾ ਕਾਲੀ ਹੈ ਤੇ ਉਸੇ ਤਰ੍ਹਾਂ ਦਾ ਰਾਜ ਭਾਗ ਵੈਸੇ ਤੁਹਾਨੂੰ ਸੰਸਾਰਕ ਸੁੱਖ ਸਾਰੇ ਹੀ ਪ੍ਰਾਪਤ ਹੋ ਜਾਣੇ ਹਨ। ਕਿਰਪਾ ਦ੍ਰਿਸ਼ਟ ਕੋ ਜਾਨ ਫਕੀਰ। ਜਦੋਂ ਇਸ ਫਕੀਰ ਨੇ ਦੇ ਲਿਆ ਵੀ ਮੇਰੇ ਉੱਪਰ ਵੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹੋ ਜੀ ਇੱਕ ਕਿਰਪਾ ਦ੍ਰਿਸ਼ਟੀ ਕੀਤੀ, ਜੋ ਵੀ ਭਵਿੱਖਤ ਵਚਨ ਮਹਾਰਾਜ ਨੇ ਇਸ ਨੂੰ ਸਾਰੇ ਹੀ ਚੰਗੀ ਤਰ੍ਹਾਂ ਬਚਨਾਂ ਦੁਆਰਾ ਸਮਝਾ ਦਿੱਤੇ ਸਨ। ਪੁਨ ਬੋਲਿਓ ਜੁਤ ਬਿਨੈ ਗਹੀਰ। ਫਿਰ ਇਹ ਫਕੀਰ ਮਹਾਰਾਜ ਦੇ ਅੱਗੇ ਹੋਰ ਆਪਣੀ ਬੇਨਤੀ ਕਰਨ ਲੱਗ ਪਿਆ ਸੀ। ਭੌਜਲ ਤੇ ਪ੍ਰਭ ਹਮੈ ਬਚਾਵੋ। ਸੱਚੇ ਪਾਤਸ਼ਾਹ ਵੀ ਆ ਸੰਸਾਰ ਸਾਗਰ ਤੋਂ ਵੀ ਆਪ ਨੇ ਹੀ ਮੈਨੂੰ ਬਚਾਉਣਾ ਹੈ। ਭੋਗ ਰੋਗ ਮਹਿ ਨਾਹਿ ਨ ਪਾਵੋ। ਆ ਜਿਹੜੇ ਦੁਨਿਆਵੀ ਭੋਗ ਨਾਨਾ ਪ੍ਰਕਾਰ ਦੇ ਰੋਗ ਨੇ, ਬਿਮਾਰੀਆਂ ਨੇ, ਇਹਨਾਂ ਦੇ ਵਿੱਚ ਕਾਹਨੂੰ ਐਵੇਂ ਮੈਨੂੰ ਪਾਉਣਾ ਚਾਹੁੰਦੇ ਹੋ। ਸੱਚ ਹੱਕ ਸੋ ਮੋਹਿ ਮਿਲਾਵੋ। ਜਿਹੜਾ ਹੈ ਤ੍ਰੈ ਕਾਲ ਬਾਦ ਸਰੂਪ ਸਾਰਿਆਂ ਨਾਲੋਂ ਸੱਚਾ ਤੇ ਵੱਡਾ ਸੱਚੇ ਪਾਤਸ਼ਾਹ ਵੀ ਜੇ ਕਿਤੇ ਪ੍ਰਭੂ ਦੇ ਵਿੱਚ ਹੀ ਮੈਨੂੰ ਉਪੇਦ ਕਰਦੇ ਹੋ, ਕਾਹਨੂੰ ਫਿਰ ਮੈਂ ਐਵੇਂ ਆ ਮਾਤਲ ਦੀ ਧਰਤੀ ਤੇ ਆ ਕਰਕੇ ਹੋ ਜਾਏ ਭੋਗ ਔਰ ਰੋਗਾਂ ਨੂੰ ਭੋਗਣਾ ਹੈ। ਜਿਸ ਤੇ ਆਵਾ ਗਮਨ ਮਿਟਾਵੋ। ਜਦੋਂ ਆਪ ਨੇ ਮੈਨੂੰ ਭਗਵਾਨ ਦੇ ਵਿੱਚ ਹੀ ਮਿਲਾ ਦਿੱਤਾ ਆ ਫਿਰ ਆ ਜਨਮ ਮਰਨ ਦੇ ਮੇਰੇ ਸਾਰੇ ਚੱਕਰ ਹੀ ਖਤਮ ਹੋ ਜਾਣੇ ਹਨ। ਸੁਨ ਸ਼੍ਰੀ ਮੁਖ ਤੇ ਮਾਲਕ ਬੋਲੇ। ਉਸ ਸਮੇਂ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਇਸ ਫਕੀਰ ਨੂੰ ਆਪਣੇ ਵੱਲੋਂ ਕਹਿਣ ਲੱਗੇ ਸੀ, ਸਾਈਂ ਜੀ ਪ੍ਰਭ ਪੂਰਾ ਤੋਲੇ। ਵੀ ਜਿਹੜਾ ਪਰਮਾਤਮਾ ਉਹ ਤਾਂ ਹਮੇਸ਼ਾ ਵਾਸਤੇ ਪੂਰਾ ਹੀ ਤੋਲਦਾ ਹੈ। ਪਾਪ ਪ੍ਰਭੂ ਦੇ ਦਰਬਾਰ ਦੇ ਵਿੱਚ ਕਦੇ ਵੀ ਅਨਿਆਂ ਤਾਂ ਹੁੰਦਾ ਨਹੀਂ। ਜਿਉ ਜਿਹਾ ਕੋਈ ਕਰਮ ਕਰੋ ਤੇ ਉਹ ਜਿਹਾ ਮਹਾਤਮ, ਉਹ ਜਿਹਾ ਫਲ ਹਰੇਕ ਨੂੰ ਭੁਗਤਣਾ ਪੈਂਦਾ ਹੈ। ਸੱਚਾ ਆਪ, ਸੱਚਾ ਦਰਬਾਰ, ਉਹ ਆਪ ਵੀ ਸੱਚਾ ਹੈ, ਉਹਦਾ ਦਰਬਾਰ ਵੀ ਸੱਚਾ ਹੈ। ਤੇ ਪਰਮਾਤਮਾ ਨੇ ਤਾਂ ਨਿਆਂ ਵੀ ਹਮੇਸ਼ਾ ਵਾਸਤੇ ਸੱਚਾ ਹੀ ਕਰਨਾ ਹੈ। ਦੋਹਰਾ ਭਾਣਾ ਹੈ ਇਸ ਰੀਤ ਕੋ, ਕਿਸ ਵਿਦ ਮਿਟੈ ਨਾ ਕੋਏ। ਮਹਾਰਾਜ ਕਹਿ ਲਗਾ ਫਕੀਰ ਸਾਈਂ ਜੋ ਹੈ ਪ੍ਰਭੂ ਦਾ ਭਾਣਾ, ਉਹ ਤਾਂ ਹੁਣ ਕਦੇ ਵੀ ਕਿਸੇ ਢੰਗ ਤਰੀਕੇ ਦੁਆਰਾ ਇਹ ਮਿਟਿਆ ਨਹੀਂ ਜਾ ਸਕਦਾ। ਭਾਵੀ ਬੜੀ ਹਮੇਸ਼ਾ ਵਾਸਤੇ ਪ੍ਰਬਲ ਹੋਇਆ ਕਰਦੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਹੋਏ। ਜੋ ਵੀ ਜਨਮ ਮਰਨ ਦੇ ਚੱਕਰ, ਦੁੱਖ ਔਰ ਸੁੱਖ, ਇਹ ਤਾਂ ਫਿਰ ਪ੍ਰਭੂ ਦੇ ਹੁਕਮ ਦੇ ਵਿੱਚ ਹੀ ਹਰੇਕ ਪ੍ਰਾਣੀ ਨੂੰ ਭੁਗਤਣੇ ਪੈਂਦੇ ਨੇ। ਕੋਈ ਹੈ ਗਰੀਬ ਹੈ, ਅਮੀਰ ਹੈ, ਬਾਦਸ਼ਾਹ ਕੰਗਾਲ ਹੈ, ਤੇ ਪਰਮਾਤਮਾ ਦੇ ਭਾਣੇ ਨੂੰ ਵੀ ਕਦੇ ਕੋਈ ਮੇਟ ਨਹੀਂ ਸਕਿਆ ਹੈ। ਤਲ ਤ੍ਰੀਮਤ ਉਪਰ ਮਰਦ, ਦੋਨੋਂ ਕੇ ਦਰ ਜੋਏ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਪਰ ਤੂੰ ਮਾਇਆ ਦੇ ਵਿੱਚ ਰਹਿੰਦਾ ਹੋਇਆ ਵੀ ਸਦਾ ਦੇ ਲਈ ਨਿਰਲੇਪ ਰਹੇਗਾ। ਤੇਰੇ ਮਨ ਦੇ ਉੱਪਰ ਰਾਜ ਭਾਗ ਦਾ, ਆ ਲక్ష్ਮੀ ਦਾ, ਤਨ ਦਾ ਕੋਈ ਵੀ ਅਸਰ ਨਹੀਂ ਹੋਇਆ ਹੋਣਾ। ਸਤਿਗੁਰੂ ਜੀ ਨੇ ਇਸ਼ਾਰੇ ਮਾਤਰ ਬਚਨ ਕੀਤੇ ਵੀ ਮਾਇਆ ਜੇ ਤੈਨੂੰ ਮਿਲ ਵੀ ਗਈ ਤਾਂ ਫਿਰ ਉਹਦਾ ਕੋਈ ਤੇਰੇ ਮਨ ਦੇ ਉੱਪਰ ਅਸਰ ਨਹੀਂ ਹੋਣਾ। ਭਾਵ ਕਦੇ ਵੀ ਤੂੰ ਜਿਹੜੀ ਆ ਦੁਨਿਆਵੀ ਬਾਦਸ਼ਾਹੀ ਔਰ ਨਾਨਾ ਪ੍ਰਕਾਰ ਦੇ ਪਦਾਰਥ ਮਹਿਲ ਮਾਣੀਆਂ, ਕਦੇ ਵੀ ਤੂੰ ਉਹਦੇ ਵਿੱਚ ਖਚਤ ਨਹੀਂ ਹੋਵੇਂਗਾ। ਸਦਾ ਵਾਸਤੇ ਰੱਬ ਦੇ ਪਿਆਰਿਆਂ
ਫਕੀਰਾਂ ਦੇ ਸਮਾਨ ਜਿਵੇਂ ਜੈਸੇ ਜਲ ਮੈਂ ਕਮਲ ਨਿਰਾਲਮ ਮੁਰ ਗਾਈ ਨੇ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ ਪੂਰਨ ਤਤਵੇ ਤੇ ਮਹਾਂਪੁਰਖਾਂ ਦੇ ਸਮਾਨ ਸਦਾ ਦੇ ਲਈ ਤੋਂ ਰਾਜ ਭਗ ਦੇ ਵਿੱਚ ਵੀ ਨਿਰਲੇਪ ਵਰਤੇਗਾ। ਫੈਸਲ ਦੀਦਮ ਚਸ਼ਮ ਸਭ ਸਾਬਤ ਰਹਿ ਨਾ ਕੋਏ। ਪਰ ਇਸ ਦੁਨੀਆ ਦੇ ਵਿੱਚ ਸਦਾ ਵਾਸਤੇ ਕੋਈ ਵੀ ਸਥਿਰ ਨਹੀਂ ਰਹਿੰਦਾ ਹੈ। ਸੁਨ ਕਲਗੀ ਧਰ ਕੇ ਬਚਨ ਖੁਸ਼ੀ ਭਇਓ ਮਨ ਮਾਹੇ। ਜਦੋਂ ਇਹ ਅਗੰਮੀ ਬਚਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਇਸ ਫਕੀਰ ਦੇ ਨਾਲ ਕੀਤਾ, ਸੁਣ ਕਰਕੇ ਇਹਦੇ ਮਨ ਦੇ ਵਿੱਚ ਵੀ ਬੜੀ ਖੁਸ਼ੀ, ਬੜਾ ਆਨੰਦ ਪੈਦਾ ਹੋ ਗਿਆ ਸੀ। ਜਿਤ ਇੱਛਾ ਤਿਤ ਕੋ ਗਇਓ ਗੁਰ ਦਰਸ਼ਨ ਕੋ ਚਾਹੇ। ਸਤਿਗੁਰੂ ਜੀ ਦਾ ਦਰਸ਼ਨ ਕਰਕੇ ਇਹ ਜਿਹੜਾ ਫਕੀਰ ਸਾਧੂ ਮਹਾਤਮਾ ਜਿੱਧਰ ਵੀ ਇਹਦੇ ਮਨ ਦੀ ਇੱਛਾ ਹੋਈ ਉਸ ਸਮੇਂ ਉਸ ਦਿਸ਼ਾ ਦੇ ਵੱਲ ਰਵਾਨਾ ਹੋ ਗਿਆ ਸੀ। ਦੋਹਰਾ ਸੁਪਤੇ ਨਿਸਮਹਿ ਸਤਿਗੁਰੂ ਮਨ ਭਾਵਤ ਕਰ ਖਾਨ। ਰਾਤ ਦੇ ਟਾਈਮ ਤੇ ਮਹਾਰਾਜ ਨੇ ਵੀ ਜਾ ਕਰਕੇ ਪਹਿਲਾਂ ਰੁਚੀ ਦੇ ਮੁਤਾਬਕ ਭੋਜਨ ਪਾਣੀ ਛਕਿਆ ਤੇ ਫਿਰ ਬੜੇ ਸੁੰਦਰ ਪਲੰਘੇ ਦੇ ਉੱਪਰ ਆਰਾਮ ਕਰਨ ਦੇ ਲਈ ਲੇਟ ਗਏ ਸਨ। ਅੰਮ੍ਰਿਤ ਵੇਲਾ ਮਹਿ ਉਠੇ ਕੀਨੋ ਸੌਚ ਇਸ਼ਨਾਨ। ਬ੍ਰਹਮ ਮੁਹੂਰਤ ਦੇ ਟਾਈਮ ਤੇ ਸਤਿਗੁਰੂ ਜੀ ਜੋ ਹੈ ਪਹਿਲਾਂ ਤੋਂ ਨਿਯਮ ਚੱਲਿਆ ਆਉਂਦਾ, ਉਸ ਵੇਲੇ ਸਾਵਧਾਨ ਹੋ ਗਏ ਸਨ। ਚੌਪਈ ਵਸਤਰ ਸ਼ਾਸਤਰ ਕੋ ਪਹਿਰਨ ਕਰਕੇ। ਜਦੋਂ ਥੋੜਾ ਜਿਹਾ ਦਿਨ ਚੜ੍ਹਿਆ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਦੇ ਉੱਪਰ ਸਾਦਰ ਵੀ ਔਰ ਵਸਤਰ ਵੀ ਬੜੇ ਸੋਹਣੇ ਧਾਰਨ ਕਰ ਲਏ ਹਨ। ਸੁੰਦਰ ਅੰਗ ਵਿਭੂਖਨ ਧਰ ਕੇ। ਐਸੇ ਤਰ੍ਹਾਂ ਪਹਿਲਾਂ ਮਹਾਰਾਜ ਨੇ ਦਸਤਾਰ ਸਜਾਈ, ਉਹਦੇ ਉੱਪਰਲੇ ਪਾਸੇ ਜਿਵੇਂ ਜਗ੍ਹਾ ਹੈ, ਫਿਰ ਸੁਨਹਿਰੀ ਰੰਗ ਦੀ ਕਲੰਗੀ ਵੀ ਬੰਨ੍ਹ ਲਈ ਹੈ। ਸਭਾ ਵਿਖੇ ਕਲਗੀ ਧਰ ਆਏ। ਜਦੋਂ ਸਤਿਗੁਰੂ ਜੀ ਸੰਗਤਾਂ ਨੂੰ ਦਰਸ਼ਨ ਬਖਸ਼ਣ ਦੇ ਲਈ ਪਰੇ ਦੀਵਾਨ ਦੇ ਵਿੱਚ ਪਹੁੰਚ ਗਏ ਹਨ। ਚਾਮੀ ਕਰ ਪਰਿਅੰਕ ਜਿਸ ਥਾਏ। ਜਿੱਥੇ ਹੁਣ ਸੇਵਕਾਂ ਦਾਸਾਂ ਨੇ ਪਹਿਲਾਂ ਹੀ ਸੁਨਹਿਰੀ ਰੰਗ ਦਾ ਬੜਾ ਸੁੰਦਰ ਸਿੰਘਾਸਣ ਸਜਾਇਆ ਹੋਇਆ ਸੀ, ਹੁਣ ਜਿਸ ਪ੍ਰਕਾਰ ਮਹਾਰਾਜ ਨੇ ਸਾਰੇ ਕਵੀਆਂ ਨੂੰ ਆਪਣੇ ਪਾਸ ਬੁਲਾਉਣਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਸਭਾ ਵਿਖੇ ਕਲਗੀ ਧਰ ਆਏ। ਚਾਮੀ ਕਰ ਪਰਿਅੰਕ ਜਿਸ ਥਾਏ। ਸਭਾ ਵਿਖੇ ਕਲਗੀ ਧਰ ਆਏ। ਚਾਮੀ ਕਰ ਪਰਿਅੰਕ ਜਿਸ ਥਾਏ। हे ਚੌਥੇ हे ਪਾਰ ਪਾਰ ਬ੍ਰਹਮ ਬ੍ਰਹਮ ਅਵਨਾਸੀ ਅਗਮ ਅਗਨਾਸ। हे ਪੂਰਨ